ਸਤਨਾਮ ਵਾਹਿਗੁਰੂ ਸਾਹਿਬ ਜੀਓ। ਬਿਲਾਵਲ ਮਹਲਾ ਚੌਥਾ। ਆਨੰਦ ਮੂਲ ਧਿਆਇਓ ਪੁਰਖੋਤਮ। ਅਨ ਦਿਨ ਆਨੰਦ ਆਨੰਦੇ। ਧਰਮ ਰਾਏ ਕੀ ਕਾਣ ਚੁਕਾਈ। ਸਭ ਚੂਕੇ ਜਮ ਕੇ ਛੰਦੇ। ਆਨੰਦ ਮੂਲ ਧਿਆਇਓ ਪੁਰਖੋਤਮ। ਅਨ ਦਿਨ ਆਨੰਦ ਆਨੰਦੇ। ਧਰਮ ਰਾਏ ਕੀ ਕਾਣ ਚੁਕਾਈ। ਸਭ ਚੂਕੇ ਜਮ ਕੇ ਛੰਦੇ। ਜਪ ਮਨ ਹਰ ਹਰ ਨਾਮ ਗੋਬਿੰਦੇ। ਵੱਡ ਭਾਗੀ ਗੁਰ ਸਤਿਗੁਰ ਪਾਇਆ। ਗੁਣ ਗਾਏ ਪਰਮਾਨੰਦੇ। ਰਹਾਉ ਸਾਕਤ ਮੂੜ ਮਾਇਆ ਕੇ ਬਧਿਕ। ਵਿੱਚ ਮਾਇਆ ਫਿਰੈ ਫਿਰੰਦੇ। ਤ੍ਰਿਸ਼ਨਾ ਜਲਤ ਕਿਰਤ ਕੇ ਬਾਂਧੇ। ਜਿਉ ਤੇਲੀ ਬਲਦ ਪਵੰਦੇ। ਗੁਰਮੁਖ ਸੇਵ ਲਗੇ ਸੇ ਉਧਰੇ। ਵੱਡ ਭਾਗੀ ਸੇਵ ਕਰੰਦੇ। ਜਿਨ ਹਰ ਜਪਿਆ ਤਿਨ ਫਲ ਪਾਇਆ। ਸਭ ਟੂਟੇ ਮਾਇਆ ਫੰਦੇ। ਆਪੇ ਠਾਕੁਰ ਆਪੇ ਸੇਵਕ। ਸਭ ਆਪੇ ਆਪ ਗੋਵਿੰਦੇ। ਜਨ ਨਾਨਕ ਆਪੇ ਆਪ ਸਭ ਵਰਤੈ। ਜਿਉ ਰਾਖੈ ਤਿਵੈ ਰਹੰਦੇ। ਆਪੇ ਠਾਕੁਰ ਆਪੇ ਸੇਵਕ। ਸਭ ਆਪੇ ਆਪ ਗੋਵਿੰਦੇ। ਜਨ ਨਾਨਕ ਆਪੇ ਆਪ ਸਭ ਵਰਤੈ। ਜਿਉ ਰਾਖੈ ਤਿਵੈ ਰਹੰਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼। ਸ਼ਾਮ ਸਮੇਂ ਸਤਸੰਗਤ ਦੀਆਂ ਘੜੀਆਂ ਅਸੀਂ ਪ੍ਰਾਪਤ ਕੀਤੀਆਂ ਨੇ। ਗੁਰਬਾਣੀ ਵਿਆਖਿਆਨ ਵਿੱਚ ਬਿਲਾਵਲ ਰਾਗ ਤੇ ਇਸ ਰਾਗ ਵਿੱਚ ਗੁਰੂ ਰਾਮਦਾਸ ਸਾਹਿਬ ਨਾਨਕ ਜੋਤ ਦੇ ਚੌਥੇ ਜਾਮੇ ਦੁਆਰਾ ਉਚਾਰਨ ਕੀਤੇ ਗਏ ਪਾਵਨ ਸ਼ਬਦ ਸਾਨੂੰ ਪ੍ਰਾਪਤ ਨੇ। ਬਚਨ ਆਪ ਨੇ ਸਰਵਨ ਕਰ ਲਿਆ ਹੈ। ਵਿਚਾਰ ਰਹਾਉ ਦੇ ਪਦੇ ਤੋਂ ਪ੍ਰਾਰੰਭ ਕਰ ਰਹੇ ਹਾਂ। ਗੁਰਦੇਵ ਜ਼ਿਕਰ ਕਰਦੇ ਨੇ ਜਪ ਮਨ ਹਰ ਹਰ ਨਾਮ ਗੋਬਿੰਦੇ। ਵੱਡ ਭਾਗੀ ਗੁਰ ਸਤਿਗੁਰ ਪਾਇਆ। ਗੁਣ ਗਾਏ ਪਰਮਾਨੰਦੇ। ਰਹਾਉ ਜਪ ਮਨ ਹਰ ਹਰ ਨਾਮ ਗੋਬਿੰਦੇ। ਆਪਨੇ ਪੂਰੇ ਸ਼ਬਦਾਂ ਨੂੰ ਪਿੱਛੋਂ ਸਰਵਨ ਕੀਤਾ ਹੈ। ਲੜੀ ਦੇ ਵਿੱਚ 6ਵਾਂ ਸ਼ਬਦ ਹੈ ਗੁਰੂ ਰਾਮਦਾਸ ਮਹਾਰਾਜ ਜੀ ਦਾ। ਮਨ ਨੂੰ ਹੀ ਐਡਰੈਸ ਕੀਤਾ ਗਿਆ ਹੈ। ਮਨ ਨੂੰ ਹੀ ਸੰਬੋਧਨ ਕੀਤਾ ਗਿਆ ਹੈ। ਬੰਦੇ ਨੂੰ ਕੌਨਸ਼ੀਅਸ ਲੈਵਲ 'ਤੇ ਚੇਤਨ ਪੱਧਰ 'ਤੇ ਇਹ ਦੱਸਿਆ ਜਾ ਰਿਹਾ ਹੈ ਕਿ ਤੂੰ ਸਪਿਰਿਚੁਅਲ ਐਕਸਰਸਾਈਜ਼ ਕਰਨੀ ਹੈ। ਜ਼ਿਕਰ ਹੈ ਜਪ ਮਨ। ਜਪ ਕਿਰਿਆਵਾਚੀ ਸ਼ਬਦ ਹੈ। ਆਰਾਧਨ ਜਪਨ ਧਿਆਉਣਾ ਉਸ ਰੂਪ ਵਿੱਚ ਬਾਤ ਆ ਰਹੀ ਹੈ। ਜਪ ਮਨ ਹਰ ਹਰ ਨਾਮ ਗੋਬਿੰਦੇ। ਹਰ ਹਰ ਨਾਮ ਗੋਬਿੰਦੇ। ਗੱਗਾ ਆ ਗੱਗੇ ਦੇ ਪੈਰ ਦੇ 'ਚ ਔਂਕੜ ਪਈ ਹੈ। ਗੱਗੇ ਦੇ ਸਿਰ ਦੇ ਉੱਤੇ ਹੋੜੇ ਦੀ ਮਾਤਰਾ ਹੈ। ਦੋ ਮਾਤਰੀ ਸ਼ਬਦ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੇ ਪਾਠ ਕਰਦੇ ਹੋ ਤਾਂ ਤੁਹਾਨੂੰ ਇਸ ਤਰ੍ਹਾਂ ਦੇ ਸ਼ਬਦ ਕਿਤੇ ਕਿਤੇ ਮਿਲ ਜਾਂਦੇ ਨੇ ਜਿਹਦੇ 'ਚ ਦੋ ਮਾਤਰੇ ਹੁੰਦੇ ਨੇ। ਸੰਥਿਆ ਦੇ ਵਿੱਚ ਕਈ ਵਾਰੀ ਬੰਦਾ ਇਸ ਚੀਜ਼ ਨੂੰ ਸੋਚਦਾ ਹੈ ਕਿ ਐਕਚੁਅਲੀ ਪ੍ਰੋਨਾਊਂਸੀਏਸ਼ਨ ਕਿਸ ਮਾਤਰੇ ਦੀ ਕੀਤੀ ਜਾਣੀ ਹੈ। ਇਹਦੇ ਬਾਬਤ ਜਿਹੜੇ ਗੁਰਬਾਣੀ ਪਾਠ ਦੇ ਵਿਦਵਾਨ ਨੇ ਉਹ ਇਹ ਕਹਿੰਦੇ ਨੇ ਕਿ
जो शब्द का असल उचारण है ਉਹਦੇ ਤੋਂ opposite ਕਰਨਾ ਆ। ਜਿਵੇਂ ਸਪੋਜ਼ ਕਰੋ ਲਫ਼ਜ਼ ਹੈ ਗੋਬਿੰਦ, ਸ਼ੋਭਨਿਕ ਉਚਾਰਨ ਬਣਦਾ ਹੈ ਗੋਬਿੰਦ, ਕਿਉਂਕਿ ਜੇ ਇਸ ਨੂੰ ਗੋਬਿੰਦ ਉਚਾਰਨ ਨਾ ਕਰਨਾ ਹੁੰਦਾ ਫਿਰ ਗੱਗੇ ਦੇ ਪੈਰ 'ਚ ਔਂਕੜ ਨਹੀਂ ਸੀ ਆਉਣੀ। ਜੇ ਬਾਤ ਇਹ ਹੈ ਕਿ ਜਦੋਂ ਇਹਦੀ ਟਰਾਂਸਲੇਸ਼ਨ ਕੀਤੀ ਜਾਣੀ ਹੈ ਉਦੋਂ ਤੇ ਗੋਬਿੰਦ ਕੀਤੀ ਜਾਏਗੀ, ਪਰ ਪੜ੍ਹਿਆ ਗੋਬਿੰਦ ਜਾਏਗਾ, ਕਿਉਂਕਿ ਗੁਰਬਾਣੀ ਪੋਇਟਿਕ ਸਿਸਟਮ ਦੇ ਵਿੱਚ ਹੈ। ਅਤੇ ਪੋਇਟਿਕ ਸਿਸਟਮ ਦੇ ਵਿੱਚ ਜਿਹੜੇ ਵਾਵਲ ਕੌਂਸੋਨੈਂਟ ਅੱਖਰਾਂ ਦਾ ਜਿਹੜਾ ਤਵਾਜ਼ਨ ਆ ਉਹ ਬੜਾ ਬੈਲੈਂਸਡ ਹੋ ਕੇ ਪੋਇਟਰੀ ਉਚਰਿਤ ਕੀਤੀ ਜਾਂਦੀ ਹੈ। ਅਤੇ ਇਹਦੇ 'ਚ ਜਿਹੜੀ ਔਂਕੜ ਆ ਇਹ ਅੱਧਾ ਅੱਖਰ ਆ, ਇਹਦਾ ਤਵਾਜ਼ਨ ਹਾਫ ਆ ਕੰਪੈਰੇਟਿਵਲੀ ਲੈਟਰ ਦੇ। ਜਿਹੜਾ ਹੋੜਾ ਆ ਇਹਦਾ ਤਵਾਜ਼ਨ ਪੂਰਾ ਆ, ਮਤਲਬ ਇੱਕ ਕੰਪਲੀਟ ਵਾਵਲ ਦੇ ਤੌਰ 'ਤੇ ਆਉਂਦਾ। ਸੋ ਕਿਉਂਕਿ ਪੋਇਟਿਕ ਸਿਸਟਮ ਦੇ ਗ੍ਰਾਮੈਟੀਕਲ ਵੇ ਦੇ ਅਕੋਰਡਿੰਗਲੀ ਇੱਥੇ ਹਾਫ ਵਾਵਲ ਦੀ ਲੋੜ ਸੀ, ਗੁਰੂ ਬਾਬਾ ਜੀ ਨੇ ਉਹ ਪਾਇਆ। ਅਰਥ ਕਰਦਿਆਂ ਹੋਇਆਂ ਗੋਬਿੰਦ, ਬੜੀ ਲੈਂਗੁਇਸਟਿਕ ਸਾਈਡ ਤੋਂ ਵੀ ਭਾਸ਼ਾਈ ਪੱਖ ਤੋਂ ਵੀ ਬਾਣੀ ਬਹੁਤ ਇੱਕ ਗੁਲਦਸਤਾ ਹੈ, ਬੜੇ ਕਮਾਲ ਦਾ ਇਲਾਹੀ ਦਸਤਾਵੇਜ਼ ਆ। ਖੈਰ ਜੋ ਬਚਨ ਸੀਗਾ ਜਪ ਮਨ ਹਰ ਹਰ ਨਾਮ ਗੋਬਿੰਦੇ, ਗੋ ਕਹਿੰਦੇ ਨੇ ਧਰਤੀ ਨੂੰ ਜਿਹੜੀ ਆ ਸਾਰੀ ਜੋ ਸਾਨੂੰ ਦਿਸਦਾ ਹੈਗਾ, ਅਤੇ ਬਿੰਦ ਕਹਿੰਦੇ ਨੇ ਬਿੰਦਣ ਵਾਲੇ ਨੂੰ, ਸਿਰਜਣਹਾਰੇ ਨੂੰ, ਜਿਹਨੇ ਇਹ ਸਾਰੇ ਨੂੰ ਬਿੰਦਿਆ ਹੈ। ਇਹਦੇ 'ਚ ਬੰਦਾ ਜਿਵੇਂ ਸੰਸਾਰ ਵਿੱਚ ਵਿਚਰਦਾ ਹੈ ਅਤੇ ਕਰਤਾਰੀ ਕੁਦਰਤ ਦੇ ਹੁਕਮ ਦੇ ਵਿੱਚ ਸਾਡੇ ਅੰਦਰ ਇੱਕ ਪਾਇਆ ਹੈ ਕਿ ਮੈਂ ਹੀ ਕਰਨ ਵਾਲਾ, ਮੈਂ ਹੀ ਬਣਾਉਣ ਵਾਲਾ, ਮੈਂ ਹੀ ਸਭ ਕੁਝ ਹਾਂ। ਅਤੇ ਇਹ ਸਾਰੇ ਦੇ ਵਿੱਚੋਂ ਬੰਦੇ ਦੀ ਜਿਹੜੀ ਹੋਂਦ ਆ ਉਹ ਹਉਂ ਵਿੱਚ, ਅਹੰਗ ਭਾਵ ਵਿੱਚ ਕਨਵਰਟ ਹੁੰਦੀ ਲੱਗੀ ਜਾਂਦੀ ਹੈ। ਗੁਰੂ ਬਾਬਾ ਜੀ ਵਾਰ-ਵਾਰ ਬਿਆਨ ਕਰਦੇ ਇਹਦੇ ਤੋਂ ਬਾਹਰ ਨਿਕਲ, ਕਿਉਂਕਿ ਜਿਤਨਾ ਹਉਮੈ ਵਿੱਚ ਰਹੇਗਾ, ਹੰਕਾਰ ਵਿੱਚ ਰਹੇਗਾ, ਇਹ ਦਵੱਲੀ ਤਲਵਾਰ ਹੈ, ਦੋ ਧਾਰੀ ਤਲਵਾਰ। ਪਹਿਲੇ ਪੜਾਅ ਦੇ ਵਿੱਚ ਜੇ ਸਭ ਕੁਝ ਠੀਕ ਵੀ ਹੁੰਦਾ ਜਾਏ ਤੇ ਹੰਕਾਰ ਵਧੀ ਜਾਂਦਾ ਹੈ, ਤੇ ਵਧਿਆ ਹੋਇਆ ਹੰਕਾਰ ਬੰਦੇ ਨੂੰ ਮਾਰਦਾ ਹੈ, ਬੰਦਾ ਫੇਕ ਪ੍ਰਾਈਡ 'ਚ ਚਲਾ ਜਾਂਦਾ ਹੈ। ਜੇ ਸਭ ਕੁਝ ਅਕੋਰਡਿੰਗਲੀ ਨਾ ਚੱਲੇ ਤੇ ਫਿਰ ਮੈਂ ਲਫ਼ਜ਼ ਗਿਲਟ 'ਚ ਕਨਵਰਟ ਹੁੰਦਾ ਹੈ ਕਿ ਮੈਂ ਬੇਕਾਰ ਹਾਂ, ਮੇਰੇ ਤੋਂ ਹੋਣਾ ਕੁਝ ਨਹੀਂ, ਇਹ ਸਾਰੇ ਫਿਰ ਸਿਰ 'ਤੇ ਬੋਝ ਪੈ ਜਾਂਦਾ। ਅਤੇ ਤੁਹਾਨੂੰ ਦੋਨੇ ਤਰ੍ਹਾਂ ਦੇ ਲੋਕ ਮਿਲ ਜਾਣਗੇ। ਬੰਦੇ ਦੀ ਪਰਸਨੈਲਿਟੀ ਇੱਕ ਬੈਲੈਂਸਡ ਜਿਹੜਾ ਹੈਗਾ ਉਹਦੇ 'ਚ ਆਉਣੀ ਚਾਹੀਦੀ ਹੈ। ਆਈਦਰ ਬੰਦਾ ਹਵਾ ਵਿੱਚ ਉੱਡ ਰਿਹਾ, ਮਤਲਬ ਬਿਲਕੁਲ ਪੈਰ ਨਹੀਂ ਜ਼ਮੀਨ 'ਤੇ, ਜਾਂ ਬਿਲਕੁਲ ਰਸਾਤਲ 'ਚ ਚਲਾ ਗਿਆ ਹੈ, ਗਿਲਟੀ ਫੀਲ ਕਰੀ ਜਾਂਦਾ ਹੈ, ਇਨਫੀਰੀਅਰ ਕੰਪਲੈਕਸ ਜਿਹਨੂੰ ਅਸੀਂ ਕਹਿੰਦੇ ਹਾਂ, ਉਸ ਕੰਪਲੈਕਸਿਟੀ ਦੇ ਵਿੱਚ ਜੀਂਦਾ ਆ। ਅਤੇ ਇਹ ਅੱਜ ਦੇ ਮਾਡਰਨ ਸਾਈਕੋਲੋਜੀ 'ਚ ਬੜੀ ਬਾਤ ਕੀਤੀ ਜਾਂਦੀ ਹੈ ਕਿ ਜਿਤਨਾ ਸਮਾਜ ਐਕਸਟਰੋਵਰਟਡ ਹੋ ਰਿਹਾ ਹੈ, ਸੋਸ਼ਲ ਮੀਡੀਆ ਦੇ ਉੱਤੇ ਆਊਟਸਪੋਕਨ ਕਰ ਰਿਹਾ, ਸਭ ਚੀਜ਼ਾਂ ਹੋ ਰਹੀਆਂ ਨੇ, ਇਹ ਦੱਸਦਾ ਕਿਸੇ ਕੰਪਲੈਕਸਿਟੀ ਨੂੰ ਲੁਕੋ ਰਿਹਾ ਹੈ, ਕਿਸੇ ਹੀਨ ਭਾਵ ਨੂੰ, ਕਿਸੇ ਇਨਰ ਇਨਫੀਰਿਟੀ ਦੇ ਵਿੱਚ ਸ਼ਿਕਾਰ ਬਣ ਗਿਆ ਹੈਗਾ। ਸੋ ਇਹ ਜੇ ਸਹੀ ਰੂਪ ਵਿੱਚ ਦੇਖਿਆ ਜਾਏ ਤੇ ਹੰਕਾਰ ਦੀ, ਈਗੋ ਦੀ ਹੀ ਇੱਕ ਵਰਜਨ ਆ, ਦੋ ਰੂਪਾਂ ਜਿਹੜਾ ਹੁੰਦਾ। ਗੁਰਮਤਿ ਨੇ ਕਿਹਾ ਦੋਨਾਂ 'ਚੋਂ ਆਜ਼ਾਦ ਹੋਣਾ ਚਾਹੀਦਾ ਬੰਦਾ। ਕਰਨ ਵਾਲਾ ਕਰਤਾ, ਮੈਂ ਉਹਦਾ ਜ਼ਰੀਆ। ਗੋਬਿੰਦ ਆ ਤੇ ਗੋਬਿੰਦ ਨੇ ਮੈਨੂੰ ਜ਼ਰੀਆ ਬਣਾਇਆ ਆ। ਜਿਵੇਂ ਬੜੇ ਬਿਲਾਸ 'ਚ ਕਈ ਵਾਰੀ ਗੱਲ ਕੀਤੀ ਜਾਂਦੀ ਹੈ ਕਿ ਕੁਝ ਸਾਇੰਸਦਾਨ ਇਕੱਠੇ ਹੋਏ, ਜਿਵੇਂ ਹੁੰਦਾ ਨਾ, ਉਹ दानिशमंद ने वचन कहे सीगे कि ढूंढता फिरता है यूरोप आसमानी बाप को, उसने खुदा समझा है बल्ख को और भाप को। मतलब ਜਦੋਂ ਅਜੇ ਸਪੇਸ ਏਜ ਦਾ ਦੌਰ ਨਹੀਂ ਸੀ ਤੁਰਿਆ, ਅਜੇ ਬਲਖ ਤੇ ਭਾਪ ਦਾ ਇੰਜਣ ਤਿਆਰ ਹੋ ਗਿਆ। ਜਦੋਂ ਭਾਪ ਦਾ ਇੰਜਣ ਤਿਆਰ ਹੋ ਗਿਆ, ਜਿਹੜਾ ਸਟੀਮ ਨਾਲ ਚੱਲਦਾ ਇੰਜਣ ਆ, ਉਦੋਂ ਬਿਲਕੁਲ ਕਲੋਨੀਅਲ ਪੀਰੀਅਡ ਦੇ ਵਿੱਚ ਉਦੋਂ ਹੀ ਅਸਲ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਹੈ ਤੇਜ਼ੀ ਆਈ, ਐਕਸੀਲੇਟ ਹੋ ਗਿਆ ਸਾਰਾ ਕੁਛ, ਕਿਉਂਕਿ ਇੱਕਦਮ ਵੱਡੇ ਵੱਡੇ ਜਹਾਜ਼ ਬੇੜੇ ਬਣ ਗਏ ਅਤੇ ਮਤਲਬ ਫੌਜਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਮੂਵਮੈਂਟ ਵੱਧ ਗਈ, ਅਤੇ ਲੋਕਾਂ ਨੂੰ ਡੰਡਿਆਂ ਨਾਲ ਕੁੱਟ ਕੇ ਆਪਣੀਆਂ ਵੱਡੀਆਂ ਜਿਹੜੇ ਨੇ ਸਮਰਾਜ, ਵੱਡੇ ਇੱਕ ਤਰ੍ਹਾਂ ਦੇ ਨਾਲ ਐਮਪਾਇਰਸ ਖੜੀਆਂ ਕਰ ਦਿੱਤੀਆਂ। ਅਤੇ ਕਿਆ ਗੱਲ ਹੀ ਕੁਝ ਨਹੀਂ, ਬੰਦਾ ਹੀ ਰੱਬ ਹੈ, ਮੈਂ ਹੀ ਰੱਬ ਬਣ ਗਿਆ। ਇਸ ਕਿਸਮ ਦੀ ਪ੍ਰਵਿਰਤੀ ਆ ਗਈ। ਦੂਸਰਾ
ਬਲਖ ਬਲਖ ਕਹਿੰਦੇ ਬਿਜਲੀ ਨੂੰ। ਬਿਜਲੀ ਆਉਣ ਦੇ ਨਾਲ ਰਾਤ ਦਿਨ ਵਿੱਚ ਕਨਵਰਟ ਹੋ ਗਈ। ਬੰਦੇ ਦਾ ਰਾਤ ਅੱਗੇ ਜ਼ੋਰ ਨਹੀਂ ਸੀ ਚੱਲ ਰਿਹਾ, ਮਤਲਬ ਕੰਮ ਉਨਾ ਹੀ ਦੇਰ ਹੋਣਾ ਜਿੰਨੀ ਦੇਰ ਤੱਕ ਸੂਰਜ ਦੀ ਟਿੱਕੀ ਚੜ੍ਹੀ ਹੈ। ਜਿਵੇਂ ਹੀ ਸੂਰਜ ਸੈੱਟ ਹੋ ਗਿਆ ਦੈਨ ਐਵਰੀਥਿੰਗ ਇਜ਼ ਕਲੋਜ਼ਡ। ਇੱਕ ਨਵਾਂ ਕਲਚਰ ਬਿਲਟ ਹੋਣਾ ਸ਼ੁਰੂ ਹੋਇਆ। ਗੱਲ ਹੀ ਕੁਛ ਨਹੀਂ, ਹਨੇਰਾ ਕੀ ਚੀਜ਼ ਹੁੰਦੀ ਹੈ। ਅਤੇ ਵਾਕਿਆ 'ਚ ਜਿਸ ਦੁਨੀਆ 'ਚ ਅੱਜ ਅਸੀਂ ਰਹਿ ਰਹੇ ਹਾਂ, ਇੱਥੇ ਕਲੌਕ ਚਲਾਉਂਦਾ ਹੈ। ਦਿਨ ਜਾਂ ਰਾਤ, ਹਨੇਰਾ ਜਾਂ ਚਾਨਣ ਨਹੀਂ ਚਲਾਉਂਦਾ, ਕਲੋਕ ਵਾਈਜ਼ ਸਾਰਾ ਕੁਛ ਹੁੰਦਾ ਆ। ਬੰਦੇ ਦੇ ਕੋਲ 24 ਆਵਰ ਉਦੋਂ ਮਿਲੇ, ਅਦਰਵਾਈਜ਼ ਬੰਦੇ ਦੇ ਕੋਲ ਲੈਸ ਦੈਨ 12 ਆਵਰਸ ਸੀਗੇ ਕਰਨ ਵਾਸਤੇ। ਸੋ ਇੱਥੋਂ ਇੱਕ ਬੰਦੇ ਨੂੰ ਲੱਗਾ ਮੈਨੂੰ ਫਰੀਡਮ ਮਿਲ ਗਈ, ਮੈਂ ਹੁਣ ਆਪਣੀ ਕਰਨੀ ਦੀ, ਆਪਣੀ ਹੋਂਦ ਦਾ ਮਾਲਕ ਆਪ ਬਣ ਗਿਆ। वो कहता है कि ढूंढता फिरता है यूरोप आसमानी बाप को, उसने खुदा समझा है बल्ख को और भाप को। कहता गिर जाएगी बल्ख एक दिन, उड़ जाएगी भाप। अकबर बचा के रखना अपने आप को। अकबर मुरादाबादी है, वो कहता भी अपने आप को बचा के रखी। बंदे अपनी पायां ते ध्यान दे, तेरी पायां की है। बाणी ने बचन किया जैसे जलते बुध बुधा उपजै मिन सै नीत। ਜਿਹੜਾ ਬੰਦਾ ਵੱਡੀਆਂ ਵੱਡੀਆਂ ਡੀਂਗਾ ਮਾਰਦਾ ਤੇ ਪਤਾ ਨਹੀਂ ਕੀ ਆਪਣੇ ਆਪ ਨੂੰ ਬਲਾ ਸਮਝਦਾ ਆ, ਹੈ ਤੇ ਪਾਣੀ ਦੇ ਬੁਲਬੁਲੇ ਤੋਂ ਵੱਧ ਕੁਝ ਵੀ ਨਹੀਂ। ਜੇ ਬਹੁਤ ਡੀਪ ਤਰੀਕੇ ਨਾਲ ਦੇਖਿਆ ਜਾਏ ਨਾ, ਤੇ ਸਾਡੀ ਅੱਖ ਦੇ ਸਾਹਮਣੇ ਜਿਹੜੀਆਂ ਸਾਡੀਆਂ ਲੇਸ਼ਸ ਹੈਗੀਆਂ ਨੇ, ਪਲਕਾਂ ਨੇ, ਇਹਦੇ ਛੋਟੇ ਛੋਟੇ ਵਾਲ ਨੇ। ਮੈਂ ਗਰੰਟੀ ਕਰਦਾ ਇਸ ਅੱਖ ਦੀ ਪਲਕ ਦਾ ਵਾਲ ਹੀ ਮੁੜ ਕੇ ਕਿਤੇ ਅੰਦਰ ਚਲਾ ਜਾਏ, ਭਾਈ ਰੱਬ ਦੀ ਬੰਦੇ ਦਾ ਮੂਡ ਭਾਵੇਂ ਹਾਇਰ ਲੈਵਲ 'ਤੇ ਵੀ ਹੈਪੀਨੈਸ ਵਿੱਚ ਸੀਗਾ, ਅਤੇ ਭਾਵੇਂ ਉਹ ਜੋ ਮਰਜ਼ੀ ਹੋ ਰਿਹਾ ਸੀਗਾ, ਸਭ ਕੁਝ ਬੇਮਾਨੀ ਹੋ ਜਾਏਗਾ ਵਿਦਿਨ ਫ੍ਰੈਕਚਰ ਆਫ ਸੈਕਿੰਡ, ਥੋੜ੍ਹੇ ਜਿਹੇ ਪਲਾਂ ਦੇ ਵਿੱਚ। ਇਹ ਜਿਹੜੀ ਹਾਲਤ ਆ, ਇਹ ਬੰਦੇ ਨੂੰ ਅਹਿਸਾਸ ਕਰਾਉਂਦੀ ਹੈ ਕਿ ਬੰਦਾ ਆਪਣੀ ਪਾਇਆਂ ਨੂੰ ਮਤਲਬ ਬਹੁਤ ਵੱਡਾ ਸਮਝ ਕੇ ਬੈਠਾ ਆ। ਇੱਥੇ ਅਹੰਗ ਕਿਸ ਚੀਜ਼ ਦਾ ਆ? ਕਰਤੇ ਦੀ ਬਿਧ ਆ। ਤੁਸ ਬਿਧ ਵਿੱਚ ਜੀਵਨ ਮਿਲਿਆ ਆ। ਇਸ ਜੀਵਨ ਨੂੰ ਮਾਣ, ਜੀਵਨ ਦਹਿੰਦ ਉਸ ਹਸਤੀ, ਉਸ ਕਾਦਰ ਦੇ ਰੰਗ ਨੂੰ ਸੁਰਤ 'ਚ ਉਕੇਰ। ਇਹ ਫਿਰ ਬਾਣੀ ਇਹ ਵੀ ਨਹੀਂ ਕਹਿ ਰਹੀ ਕਿ ਕਿਸੇ ਬਹਿਰੂਨੀ ਤੌਰ 'ਤੇ ਸੁਪਰਸਟੀਸ਼ੀਅਸ ਥਾਟ 'ਚ ਚਲਾ ਜਾ, ਪਰ ਮਨ ਦੀ ਦੁਨੀਆ ਦੇ ਵਿੱਚ ਅਹੰਕਾਰ ਤੋਂ ਬਾਹਰ ਨਿਕਲਿਆ। ਆਪਣੇ ਆਪ ਨੂੰ ਅਹੰਗ ਦਾ ਸ਼ਿਕਾਰ ਨਾ ਹੋਣ ਦੇਈਂ। ਅਹਿਸਾਸ ਕਰੀਂ ਥੋੜ੍ਹੇ ਚਿਰੇ ਸਮੇਂ ਦੇ ਵਿੱਚ ਮਾਲਕ ਨੇ ਕੁਝ ਡਿਊਟੀ ਲਾਈ ਹੈ, ਉਹਨੂੰ ਨਿਭਾਉਣਾ। ਇਹ ਹੈ ਗੋਬਿੰਦ ਦਾ ਸਿਮਰਨ, ਜਿਹਨੂੰ ਅਸੀਂ ਗੁਰੂ ਅਰਜਨ ਸਾਹਿਬ ਦੇ ਸ਼ਬਦਾਂ 'ਚ ਪੜ੍ਹਦੇ ਹਾਂ, ਭਈ ਪ੍ਰਾਪਤ ਮਾਨੁਖ ਦੇਹੁਰੀਆ। ਭਈ ਪ੍ਰਾਪਤ, ਤੂੰ ਨਾ ਤੈਨੂੰ ਓਨ ਕਰਦਾ ਆ, ਨਾ ਤੂੰ ਕਲੇਮ ਕਰਦਾ ਆ। ਇਹ ਤੇ ਤੈਨੂੰ ਬਲੈਸ ਕੀਤੀ ਗਈ ਹੈ, ਤੈਨੂੰ ਨਵਾਜੀ ਗਈ ਹੈ। ਭਈ ਪ੍ਰਾਪਤ, ਕਿਸੇ ਨੇ ਤੈਨੂੰ ਦਿੱਤੀ ਹੈ। ਭਈ ਪ੍ਰਾਪਤ ਦਾ ਮਤਲਬ ਹੁੰਦਾ ਹੈ ਕਿ ਯੂ ਗੈਟ ਇਟ ਬਟ ਸਮਵਨ ਇਜ਼ ਗਿਵਰ, ਦੈਟ ਇਜ਼ ਭਈ ਪ੍ਰਾਪਤ। ਮਾਨੁਖ ਦੇਹੁਰੀਆ, ਤੇ ਇਹਦੇ 'ਚ ਚੇਤਰਾ ਗੋਬਿੰਦ ਮਿਲਣ ਕੀ, ਇਹਦੇ 'ਚ ਤੂੰ ਗੋਬਿੰਦ ਨਾਲ ਮਿਲਾਪ ਕਰਨਾ ਆ। ਜੋ ਹਸਤੀ ਸਾਰੀ ਇਸ ਨਿਜ਼ਾਮ ਨੂੰ ਚਲਾ ਰਹੀ, ਜੋ ਸਭ ਸ਼ੋਅ ਨੂੰ ਰਨ ਕਰ ਰਿਹਾ, ਜਿਹੜਾ ਉਹ ਅਸਲ ਤਰਬਾਂ ਚਲਾ ਰਿਹਾ, ਉਹਦੇ ਪ੍ਰਤੀ ਸੁਰਤ ਲੈ ਕੇ ਜਾ, ਉਹਦੇ ਵੱਲ ਨੂੰ ਆਪਣੀ ਸੋਚ ਲੈ ਕੇ ਜਾ। ਇਹਦਾ ਜਪ ਕਰ, ਇਹਦਾ ਆਰਾਧਨ ਕਰ। ਫਿਰ ਫਿਲੋਸਫੀਕਲੀ ਅਸੀਂ ਦੇਖੀਏ ਤੇ ਜਿਵੇਂ ਹਵਾ ਆ, ਹਵਾ ਇੱਕ ਸਰਟਨ ਲੈਵਲ 'ਤੇ ਚੱਲੇ ਤੇ ਉਹ ਫਸਲਾਂ ਨੂੰ ਜੀਵਨ ਦਿੰਦੀ, ਬਿਰਖਾਂ ਨੂੰ ਜੀਵਨ ਦਿੰਦੀ, ਉਹਦੇ ਨਾਲ ਸਭ ਚੀਜ਼ਾਂ ਵਧੀਆ ਚੱਲਦੀਆਂ। ਪਰ ਉਹੀ ਹਵਾ ਜਦੋਂ ਪੇਸ ਥੋੜ੍ਹਾ ਤੇਜ਼ ਕਰ ਦੇ, ਜਦੋਂ ਉਹਦੀ ਸਪੀਡ ਵੱਧ ਜਾਏ ਤੇ ਕੀ ਹੁੰਦਾ? ਫਸਲਾਂ ਡਿੱਗ ਜਾਂਦੀਆਂ, ਬਿਰਖ ਪੁੱਟੇ ਜਾਂਦੇ। ਸਾਡੇ ਮਨੁੱਖੀ ਸਮਾਜ ਦੇ ਵਿੱਚ ਵੀ ਭਾਵੇਂ ਫਿਲੋਸਫੀਕਲ ਸਾਈਡ 'ਤੇ ਆ ਜਾਈਏ, ਭਾਵੇਂ ਇੰਟਲੈਕਚੁਅਲ ਸਾਈਡ 'ਤੇ ਆ ਜਾਈਏ, ਭਾਵੇਂ ਰੈਸ਼ਨਲਿਸਟਿਕ ਸਾਈਡ 'ਤੇ ਆ ਜਾਈਏ, ਇੱਕ ਤਵਾਜ਼ਨ 'ਚ ਹੀ ਚੀਜ਼ਾਂ ਚੱਲਣ ਤੇ ਬੰਦੇ ਦਾ ਭਲਾ ਕਰਦੀਆਂ। ਜਦੋਂ ਇੱਕ ਵਕਤ ਤੋਂ ਵੱਧਦੀਆਂ, ਫਿਰ ਬਾਈ ਚਾਂਸ ਅੱਜ ਬਾਤ ਤੁਰ ਪਈ ਜੋ ਮੇਰੇ ਜ਼ਹਿਨ 'ਚ ਆ ਗਈ। ਉਹ ਕਹਿੰਦਾ ਕਿ सदियों रही फलसफे की तना तनी, खुदा की बात जहाँ थी वहीं रही। ਫਿਲੋਸਫੀ ਦੀ ਤਨਾ ਤਨੀ ਤੇ ਚੱਲਦੀ ਰਹੀ ਬੜੀ, ਲੋਕਾਂ ਨੇ ਬੜੇ ਫਲਸਫੇ ਘੋਟੇ, ਬੜੀਆਂ ਗੱਲਾਂ ਕੀਤੀਆਂ, ਪਰ ਜਿੱਥੇ ਕੱਲ੍ਹ ਸੀ ਗੱਲ ਅੱਜ ਵੀ ਉੱਥੇ ਹੀ ਹੈ। ਸੋ ਇਹ ਚੀਜ਼ ਆ ਕਿ ਇਹ ਇੱਕ ਐਸੀ ਪਹੇਲੀ ਨਾ ਸੁਲਝਦੀ
ਨਾ ਛੁੱਟਦੀ। ਇਸ ਰੂਪ ਦੇ ਵਿੱਚ ਇਹਨੂੰ ਗੁਰੂ ਸਾਹਿਬ ਨੇ ਵਿਰਾਮ ਲਾਇਆ ਇੱਕ ਬਲੀਫ ਸਿਸਟਮ ਦੇ ਕੇ, ਤੇ ਉਹ ਵੀ ਬਿਲਕੁਲ ਸਚਿਆਰਤਾ ਦਾ, ਸੱਚ ਦੇ ਨਸਾਂਝ ਪਾ ਕੇ। ਕਿਆ ਗੋਬਿੰਦ ਉਹ ਕਰਤਾਰੀ ਹਸਤੀ ਜਿਹਦੇ ਨਾਲ ਸੁਰਤ ਕਰਕੇ ਮਿਲਾਪ ਹੋ ਜਾਏ, ਤੇ ਬੰਦੇ ਦੇ ਜੀਵਨ ਦੇ ਵਿੱਚ ਬਹੁਤ ਕੁਝ ਐਸਾ ਜਿਹੜਾ ਇਹਨੂੰ ਬਿਨਾਂ ਵਜ੍ਹਾ ਬੌਦਰ ਕਰਦਾ, ਪਰੇਸ਼ਾਨ ਕਰਦਾ, ਤੰਗ ਕਰਦਾ। ਇਸ ਨੂੰ ਜਿਵੇਂ ਪਹਿਲਾਂ ਬਾਤ ਕੀਤੀ, ਮਿਲ ਗਿਆ, ਹੰਕਾਰਿਆ ਗਿਆ, ਛੁੱਟ ਗਿਆ, ਰੋਣ ਲੱਗ ਗਿਆ, ਹਾਲਤ ਇਹ ਬਣ ਗਈ, ਇਹਦੇ ਚੋਂ ਆਜ਼ਾਦ ਕਰ ਦੇ। ਇਹਦਾ ਲਿਟਰਲੀ ਤੌਰ ਤੇ ਸਿਮਰਨ, ਆਰਾਧਨ, ਜਪਨ, ਵਿਚਾਰਨ ਇਹ ਕਰਨਾ ਬੰਦੇ ਦੇ ਹਿੱਸੇ। ਗੁਰਮਤ ਇਹ ਸਿਖਾਉਂਦੀ। ਗੁਰੂ ਰਾਮਦਾਸ ਸਾਹਿਬ ਦੀ ਬਾਤ ਕਰਦੇ, ਜਪ ਮਨ ਹਰ ਹਰ ਨਾਮ ਗੋਬਿੰਦੇ, ਫਿਰ ਕਿਆ ਵੱਡ ਭਾਗੀ ਗੁਰ ਸਤਿਗੁਰ ਪਾਇਆ। ਵੱਡ ਭਾਗੀ, ਵੱਡੇ ਭਾਗਾਂ ਨਾਲ। ਕਿਤੇ ਕੋਈ ਪੁਰਬਲਾ ਸੰਸਕਾਰ, ਕੋਈ ਬੀਜ ਬੀਜਿਆ ਹੋਇਆ ਉਕਰ ਆਵੇ, ਕਿਤੇ ਬੰਦੇ ਦੀ ਸੁਰਤ ਨੂੰ ਇਹ ਚੀਜ਼ ਚੰਗੀ ਲੱਗ ਜਾਏ। ਅਦਰਵਾਈਜ਼ ਕਿੱਥੇ ਚੰਗਾ ਲੱਗਦਾ। ਜਿਵੇਂ ਜਿਹਨੂੰ ਇਲੂਜ਼ਨ ਕਿਹਾ ਗਿਆ, ਮਾਇਆ, ਇਹਦਾ ਇਤਨੀ ਜ਼ਿਆਦਾ ਚਮਕ ਹੈ ਇਹਦੇ ਵਿੱਚ ਕਿ ਬੰਦੇ ਨੂੰ ਉਹਦੀ ਚਮਕ ਦੇ ਵਿੱਚ ਸਭ ਕੁਝ ਧੁੰਦਲਾ ਲੱਗ ਜਾਂਦਾ। ਉਹਦੇ ਮਗਰ ਹੀ ਉਸ ਹਰ ਚੰਦੌਰੀ ਦੇ ਮਗਰ ਬੰਦਾ ਭੱਜਦਾ। ਇਸ ਪਦਾਰਥਕ ਤੇ ਮਟੀਰੀਅਲਿਸਟਿਕ ਅਪਰੋਚ ਵਾਲੇ ਜੀਵਨ ਦੇ ਅੰਦਰ ਬੰਦਾ ਗਵਾਚ ਜਾਂਦਾ। ਗੁਰੂ ਬਾਬਾ ਜੀ ਨੇ ਬਿਆਨ ਕੀਤਾ, ਕਿਤੇ ਵਡਭਾਗ ਹੋਣ ਗੁਰ ਸਤਿਗੁਰ ਪਾਇਆ। ਗੁਰ ਸਤਿਗੁਰ, ਗੁਰ ਵਿਵੇਕ ਨੂੰ ਕਹਿ ਲਓ, ਤੇ ਵਿਵੇਕ ਨੂੰ ਜਾਗਾਉਣ ਵਾਲਾ ਸਤਿਗੁਰ। ਸਾਰੀ ਬਾਣੀ ਸਾਡੇ ਇਨਰ ਇਨਸਟਿੰਕਟ ਨੂੰ ਮਜ਼ਬੂਤ ਕਰਦੀ, ਸਟਰੈਂਥਨ ਕਰਦੀ, ਸਟਰੋਂਗ ਕਰਦੀ। ਡਿਸੀਜ਼ਨ ਮੇਕਰ ਤੇ ਐਂਡ ਆਫ ਦਾ ਡੇ ਅਸੀਂ ਹੈਗੇ ਹਾਂ। ਗੁਰੂ ਥੋੜਾ ਗੁਲਾਮ ਥੋੜਾ ਬਣਾਉਂਦਾ, ਗੁਰੂ ਤੇ ਗੁਲਾਮੀ ਤੋਂ ਆਜ਼ਾਦ ਕਰਦਾ। ਗੁਰੂ ਇਹ ਨਾ ਕਹਿੰਦਾ ਕਿ ਮੈਂ ਤੈਨੂੰ ਆਪਣਾ ਸਲੇਵ ਬਣਾਉਣਾ ਆ। ਗੁਰੂ ਤੇ ਈਵਨ ਅਸੀਂ ਗੁਰੂ ਦੇ ਡਿਸਾਈਪਲ ਖਵਾਉਂਦੇ, ਸਿੱਖ ਖਵਾਉਂਦੇ, ਪਰ ਗੁਰੂ ਸਿੱਖ ਨੂੰ ਗੁਰੂ ਦੇ ਰੁਤਬੇ ਤੱਕ ਲੈ ਆਉਂਦਾ। ਗੁਰੂ ਅੰਗਦ ਸਾਹਿਬ ਡਿਸਾਈਪਲ ਬਣ ਕੇ ਆਇਆ, ਗੁਰੂ ਬਣ ਕੇ ਨਿਬੜਿਆ। ਗੁਰੂ ਅੰਗਦ ਸਾਹਿਬ ਡਿਸਾਈਪਲ ਬਣ ਕੇ ਆਏ, ਗੁਰੂ ਬਣ ਕੇ ਜਿਹੜਾ ਹੈਗਾ ਨਿਬੜੇ। ਸੋ ਇੱਥੇ ਪਤਾ ਲੱਗਾ ਕਿ ਗੁਰੂ ਤੇ ਸਤਿਗੁਰੂ ਬਣਾ, ਉਹ ਵਰਤਾ ਰਿਹਾ ਉਹਦੇ ਵਿੱਚ। ਉਹ ਤੇ ਵਿਵੇਕਸ਼ੀਲ ਬਣਾਉਂਦਾ। ਉਹ ਤੇ ਕਹਿੰਦਾ ਕਿ ਬੀ ਯੋਰ ਓਨ ਪ੍ਰੋਫਿਟ, ਬੀ ਯੋਰ ਓਨ ਟੀਚਰ, ਬੀ ਯੋਰ ਓਨ ਗਾਈਡ, ਬੀ ਯੋਰ ਓਨ ਮਾਸਟਰ। ਤੈਨੂੰ ਸਲੇਵ ਥੋੜਾ ਬਣਾਉਣਾ ਹੈ, ਤੈਨੂੰ ਉਸ ਲੈਵਲ ਤੇ। ਫਿਰ ਇਹ ਹੈ ਵਿਵੇਕ। ਤੇ ਜਿਹੜਾ ਇੰਸਟੀਟਿਊਸ਼ਨ, ਜਿਹੜੀ ਸੰਸਥਾ ਤੁਹਾਡੇ ਵਿਵੇਕ ਨੂੰ ਸਟਰੋਂਗ ਕਰੇ, ਉਹੀ ਸਤਿਗੁਰੂ ਹੈ। ਇਸੇ ਨੂੰ ਬਾਬਾ ਕਬੀਰ ਜੀ ਨੇ ਕਿਹਾ ਸੀ, ਕਹੋ ਕਬੀਰ ਮੈਂ ਸੋ ਗੁਰ ਪਾਇਓ, ਜਾਂ ਕੋ ਨਾਉ ਵਿਵੇਕੋ। ਮੈਨੂੰ ਤੇ ਵਿਵੇਕ ਹੀ ਮੇਰਾ ਗੁਰੂ ਬਣ ਨਿਬੜਿਆ। ਤੇ ਉਸੇ ਵਿਵੇਕਸ਼ੀਲਤਾ ਦੇ ਵਿੱਚੋਂ ਸਾਨੂੰ ਸੰਦੇਸ਼ ਦਿੱਤਾ, ਤੇ ਸਾਨੂੰ ਕਿਹਾ ਤੁਸੀਂ ਵਿਵੇਕਸ਼ੀਲ ਹੋਣਾ, ਵਿਵੇਕੀ ਹੋਣਾ। ਕਿਉਂਕਿ ਅਭਿਵੇਕੀ ਹੋ ਕੇ, ਅਮੂੜ ਹੋ ਕੇ ਬੰਦਾ ਮਨੁੱਖ ਨਹੀਂ, ਪਸ਼ੂ ਹੈ। ਕਿਉਂਕਿ ਪਸ਼ੂ ਨੂੰ ਨਹੀਂ ਪਤਾ ਕਿਵੇਂ, ਕਿਸ ਤਰੀਕੇ ਨਾਲ ਜਿਉਣਾ ਹੈ, ਕਿਸ ਤਰੀਕੇ ਨਾਲ ਰਹਿਣਾ ਹੈ। ਮੈਂ ਕਈ ਵਾਰੀ ਸਰਲ ਮਿਸਾਲ ਕਰਦਾ, ਕਿਉਂਕਿ ਵਡਭਾਗ ਹੀ ਨੇ ਕਿ ਬੰਦਾ ਇਹ ਸਮਝ ਸਕੇ ਕਿ ਮੈਨੂੰ ਹਾਇਰ ਲੈਵਲ ਦੀ ਗਾਈਡੈਂਸ ਚਾਹੀਦੀ ਹੈ। ਮਨੁੱਖ ਆ, ਮਨੁੱਖ ਦੇ ਵਰਤਾਰੇ 'ਚ ਕਾਫੀ ਕੁਝ ਨੋਟ ਕਰ ਲੈਂਦੇ ਅਸੀਂ ਆਸਾਨੀ ਦੇ ਨਾਲ। ਜਿਵੇਂ ਸਪੋਜ਼ ਸਰਲ ਭਾਵ ਵਿੱਚ ਬਾਤ ਕੀਤੀ ਜਾਏ, ਬੰਦੇ ਕੋਲ ਵਿਵੇਕ ਹੈ, ਕੁਝ ਰੂਪਾਂ 'ਚ ਇਸਤੇਮਾਲ ਕਰਦਾ। ਜਿੱਥੇ ਸਰਵਾਈਵਲ ਦੀ ਥੋੜ੍ਹੀ ਪ੍ਰੋਬਲਮ ਰਹਿੰਦੀ, ਜਿੱਥੇ ਸਰਵਾਈਵਲ ਤੋਂ ਬਾਹਰ ਨਿਕਲਦਾ, ਉੱਥੇ ਆਪਣਾ ਵਿਵੇਕ ਵੀ ਛੱਡ ਦਿੰਦਾ। ਜਿਵੇਂ ਆਪ ਦੇਖੋਗੇ ਸਾਡੇ ਇੱਥੇ ਕੈਨੇਡੀਅਨ ਬੋਰਨ ਕਿਡਸ, ਨਾਰਥ ਅਮਰੀਕਨ ਬੋਰਨ ਕਿਡਸ ਮੋਸਟਲੀ ਸਟਰੀਟ ਸਮਾਰਟ ਨਹੀਂ ਹੁੰਦੇ। ਉਹ ਇਹਦੇ ਮੁਕਾਬਲਤਨ ਬਹੁਤ ਉਹਨਾਂ ਮਮਾਲਿਕ ਦੇ ਵਿੱਚ ਜਿੱਥੇ ਬਹੁਤ ਜ਼ਿਆਦਾ ਰਿਸੋਰਸਿਸ ਨਹੀਂ ਹੈਗੇ, ਬੱਚੇ ਬੜੇ ਸਟਰੀਟ ਸਮਾਰਟ। ਕਿਉਂ? ਸਰਵਾਈਵਲ ਕਰਕੇ। ਕਿਉਂਕਿ ਫਿਟ ਇਨ ਸਰਵਾਈਵ ਦਾ ਕਨਸੈਪਟ ਆ, ਉਸ ਐਵੋਲੂਸ਼ਨ ਨੇ ਹੀ ਚੀਜ਼ ਕੀਤੀ ਹੈ। ਸੋ ਉਹਨਾਂ ਵਾਸਤੇ ਉਹ ਸਰਵਾਈਵਲ ਹੈ ਇੱਥੇ। ਕਿਉਂਕਿ ਉਹਨਾਂ ਨੂੰ ਉਸ ਸਿਚੁਏਸ਼ਨ 'ਚ ਪਾਇਆ ਨਹੀਂ ਜਾਂਦਾ, ਤੇ ਉਹਨਾਂ ਨੂੰ ਪਤਾ ਹੀ ਨਹੀਂ ਉਸ ਸਿਚੁਏਸ਼ਨ ਨਾਲ ਡੀਲ ਕਿਵੇਂ ਕਰਨਾ, ਹੈਂਡਲ ਕਿਵੇਂ ਕਰਨਾ ਹੈ। ਵਿਵੇਕ ਨੂੰ ਜਿਵੇਂ ਜਿਵੇਂ ਤੁਸੀਂ ਉਸ ਸਿਚੁਏਸ਼ਨ 'ਚ ਪਾਓਗੇ, ਇਸੇ ਕਰਕੇ ਗੁਰਮਤ ਆਸ਼ੇ ਦੇ ਚੀਜ਼ਾਂ ਨੂੰ ਸੈਲਫ ਲਰਨਿੰਗ ਸਿਸਟਮ ਵਿੱਚ ਲਿਆਂਦਾ ਗਿਆ, ਆਟੋਨਮੀ ਦਿੱਤੀ ਗਈ। ਆਪ ਪਹਿਚਾਨੋ, ਆਪ ਕਰੋ, ਆਪ ਜਾਣੋ ਇਸ ਰੂਪ ਦੇ 'ਚ। ਮੈਂ ਸ਼ਾਇਦ ਕਿਤੇ ਬਾਤ ਕੀਤੀ ਹੋਏ, ਮੈਂ ਇੱਥੇ ਯੂਨੀਵਰਸਿਟੀ ਪ੍ਰੋਗਰਾਮ ਵਿੱਚ ਸੀਗਾ। ਸਾਡੀ ਪ੍ਰੋਫੈਸਰ, ਉਹਨੇ ਮੈਨੂੰ, ਸਾਡਾ ਕਲਾਸ ਫਿਨਿਸ਼ ਹੁੰਦੀ ਸੀ ਅਰਾਊਂਡ 5 o'clock, 4:30 ਉਹ ਕਲਾਸ ਜਿਹੜੀ ਹੈਗੀ ਉਹ ਡਿਸਮਿਸ ਕਰ ਦਿੰਦੀ। ਉਹ ਕਹਿੰਦੀ ਓਕੇ ਨਾਓ, ਬਿਕੋਜ਼ ਬੜੀ ਲੰਮੀ ਵੀਕਐਂਡ ਦੀ ਕਲਾਸ ਹੁੰਦੀ ਸਾਡੀ। ਤੇ ਅੱਜ ਸਾਰੇ ਜਾਣ ਲੱਗੇ, ਆਈ ਵਾਜ਼ ਆਲਸੋ ਪ੍ਰੀਪੇਅਰਿੰਗ ਟੂ ਲੀਵ। ਹੀ ਐਕਚੁਅਲੀ ਆਸਕਡ ਮੀ, ਗੁਲਜ਼ਾਰ ਕੈਨ ਯੂ ਐਕਚੁਅਲੀ stay for a while? ਮੈਂ ਕਿਹਾ sure, why not?
मैं शायद मैं ठहर गया। वो कहती भी बिफोर आई टॉक टू यू आई रियली नीड योर परमिशन, आई वांट टू टॉक टू यू समथिंग पर्सनल। मैं क्या विदाउट एनी एक्चुअली hesitation, without any kind of doubt, professor you can talk whatever you want। वो कहती ओके ठीक है। तू सोसाइटी च इन्हों पता सीगा मैं गुरुद्वारे च स्पीकर हाँ बोलता हाँ। वो कहती मेरा एक डायलेमा है, इशू है। इशू ये है कि मैं एक डिफरेंट बिलीफ सिस्टम तो आ रही हाँ, मेरा हस्बैंड एक डिफरेंट बिलीफ सिस्टम तो आ रहा है। We got married around 10 years ago. Before that, we were dating around 4 years. ठीक है जी। Everything was fine, perfect. We are very happy couple. We are doing really good. Both are professional. Both are in teaching profession. Fine. जा रहा सारा कुछ. What happened? I have a 9-year-old daughter. She's also fabulous. She is a bless for us, for both of us. But 1 month ago, she asked me a question which was heartbreaking. What was that question? Question was, क्योंकि कहती जो when we got married, that time we decided we won't allow any religious kind of practices in our household. We won't celebrate anything, especially which come from religion side, because it might create some issues in our relationship. ठीक है जी। So we were very liberal, very actually, you can say moderate people, and we are doing really good in our lives. My daughter was asking me, Mom, I have a question. You are Jew, Dad is Christian. Who am I? And that was heartbreaking. I wasn't able to answer right way as I usually do. I was pausing for few seconds. He repeated her question one more time. Then I asked her, could you allow me some time? Because I never thought like that. I haven't answered her yet. Somehow, when we were actually discussing few stuff here in class, and that time you introduced yourself, then I realized you might have seen these kind of issues in community, because you actually are coming from an ethnic community. So can you actually help me to understand it? खैर साड़ी बड़ी लम्मी चौड़ी गल हुई, बहुत वधिया बात हुई। अखीरों कहती कि what is the solution? I also want a solution. मैं कह रही solution ये है, साड़ी बाणी solution है मेरे ख्याल च। बाणी is providing solution to us. What is the solution? बाणी ने solution ये किया कि जिवें असी बच्चियां नूं मल्टी लैंग्वेज सिखाउने हैं, उन्होंने असी ये नहीं कहते क्योंकि आही लैंग्वेज बोलनी, यही लैंग्वेज जिहड़ा बहुत ज़्यादा जिवें सपोज करो साडे इत्थे क्यूबेकवा दे विच हो रहा है, अंडर द नेम ऑफ कल्चर एंड नेम ऑफ लैंग्वेज। हालांकि वड्डे लैवल ते उत्थों दी कम्यूनिटी नूं भी पता इट्स नॉट राइट। वट आर वी डूइंग? कैनेडा एज ए नेशन इस सारे नूं डिस्टर्ब ते डिस्ट्रैक्ट करेगा, पर है कि इहदे नाल एक ग्रुप नूं कुछ एक्स्ट्रा परक्स मिल जांदे, एक ग्रुप नूं एक जिहड़ा आ अपनी सुपीरियर लैवल दी एक एग्जिस्टेंस नूं एक्सरसाइज करना मिल जांदा, चंगा लगदा। लॉन्ग रन दे विच यूरोप अज पूरा यूरो एक हो गया, यू नो यूरोप पूरे दा पूरा एक हो गया, तो कोई उत्थे कल्चर थोड़ा आ, किहड़े कल्चर ने किनू खा लिया, किहड़े कल्चर ने किनू डोमीनेट कर लिया। 2 वर्ल्ड वार्स यूरोप ने लड़ियां, दुनिया भर दे लोग मर गए, who are the actually boss or who are the, you can say, superior nations here, Italian, Germans, French, British, who are? इसे गल ते लड़ते रहे, होर की सीगा, किदा कल्चर डोमीनेट करेगा। अल्टीमेटली पता लगा कि ये चीज़ां जिहड़ियां ने ये बंदे नूं, ये चीज़ां पुरखियां ने, बजुर्गां ने, साडे एंचेस्टर्स ने लगातार एक कुदरत दे दिते गिवन जोग्राफिकल एरियाज़ दे विच, गिवन सरकमस्टांसिस दे विच ते रीजनस दे विच, रीजन नूं समझो, रीजन दा मतलब की हुंदा,
ਰੀਜਨ ਦਾ ਮਤਲਬ ਹੁੰਦਾ ਹੈ ਜਿਹੜੀਆਂ ਵਾਟਰ ਸਟਰੀਮਸ ਹੁੰਦੀਆਂ ਨੇ ਜਿਸ ਇੱਕ ਪਾਸੇ ਨੂੰ ਫਲੋ ਕਰਦੀਆਂ ਨੇ ਉਹ ਰੀਜਨ ਆ। ਉਸ ਤੋਂ ਬਾਅਦ ਫਿਰ ਉਹ ਵਾਟਰ ਫਲੋ ਬਦਲਦਾ ਆ। ਜਿਵੇਂ ਆਪ ਜੇ ਹਿਮਾਲਯਨ ਦੇ ਨਾਲ ਸ਼ੁਰੂ ਹੋ ਜਾਓ ਤੇ ਪਹਿਲਾਂ ਇੰਡਸ ਵੈਲੀ ਜਿਹਨੂੰ ਕਿਹਾ ਜਾਂਦਾ ਦਰਿਆਏ ਸਿੰਧ, ਉਹਦੇ ਨਾਲ ਇੱਕ ਪੂਰਾ ਰੀਜਨ ਬਣਦਾ ਹੈ। ਰੀਜਨ ਹੈ ਪੰਜਾਬ। ਦਰਿਆ ਸਤਲੁਜ ਆਪਾਂ ਸਾਰਿਆਂ ਨੇ ਦੇਖਿਆ, ਲਾਸਟ ਦਰਿਆ ਉਰਲੇ ਪਾਸੇ ਨੂੰ ਜਦੋਂ ਅਸੀਂ ਕ੍ਰਾਸ ਕਰਦੇ ਹਾਂ ਬਿਆਸ ਤੋਂ ਬਾਅਦ, ਪਰਲੇ ਪਾਸਿਓਂ ਜਿਹੜਾ ਹੈਗਾ ਚਨਾਹ, ਝੇਲਮ, ਰਾਵੀ, ਬਿਆਸ ਤੇ ਫਿਰ ਸਤਲੁਜ, ਇਸ ਤਰੀਕੇ ਨਾਲ ਹੁੰਦਾ ਹੈ। ਸਤਲੁਜ ਦੀਆਂ ਫਿਰ ਅੱਗੇ ਉਹਦੀਆਂ ਸਬ ਰਿਵਰਸ ਨੇ, ਸਟਰੀਮਸ। ਥੋੜ੍ਹਾ ਤੁਸੀਂ ਅੱਗੇ ਨੂੰ ਚੱਲਦੇ ਹੋ ਅਤੇ ਤੁਹਾਨੂੰ ਛੋਟੇ ਛੋਟੇ ਦਰਿਆ ਦਰਿਆ ਦੇ ਹਿੱਸੇ ਮਿਲਣਗੇ। ਜਿਵੇਂ ਪਟਿਆਲੇ ਦੇ ਇਲਾਕੇ ਦੇ ਵਿੱਚੋਂ, ਪੁਆਧ ਦੇ ਇਲਾਕੇ 'ਚੋਂ ਘੱਗਰ ਲੰਘਦੀ ਹੈ। ਘੱਗਰ ਤੋਂ ਥੋੜ੍ਹਾ ਅੱਗੇ ਆਓਗੇ ਫਿਰ ਉੱਥੇ ਟਾਂਗਰੀ ਲੰਘਦੀ ਹੈ। ਫਿਰ ਥੋੜ੍ਹਾ ਹੋਰ ਅੱਗੇ ਆਓਗੇ ਮਾਰਕੰਡਾ ਲੰਘਦਾ। ਇਹ ਜਿਹੜਾ ਮਾਰਕੰਡੇ ਤੱਕ ਹੈ, ਮਾਰਕੰਡੇ ਦੇ ਵਿੱਚ ਤੇ ਦਰਿਆ ਯਮੁਨਾ ਦੇ ਵਿੱਚ, ਜਿਹੜਾ ਰਿਵਰ ਯਮੁਨਾ ਹੈਗਾ, ਉਹਦੇ ਵਿੱਚ ਥੋੜ੍ਹਾ ਫਰਕ ਆ ਕਿਲੋਮੀਟਰਸ ਦੇ ਹਿਸਾਬ ਨਾਲ, ਡਿਸਟੈਂਸ ਦੇ ਹਿਸਾਬ ਨਾਲ। ਸਤਲੁਜ ਤੇ ਮਾਰਕੰਡੇ 'ਚ ਵੱਡਾ ਫਰਕ ਹੈ। ਪਰ ਜਿਹੜਾ ਮਾਰਕੰਡਾ ਜਾਂ ਟਾਂਗਰੀ ਜਾਂ ਘੱਗਰ ਆ, ਇਹ ਫਲੋ ਟੂਵਰਡ ਸਤਲੁਜ ਕਰਦਾ ਹੈ, ਯਮੁਨਾ ਨਹੀਂ ਕਰਦਾ, ਕਿਉਂਕਿ ਇਹ ਰੀਜਨ ਇੱਕ ਹੈ, ਇਹ ਰੀਜਨ ਆ। ਇਸ ਤੋਂ ਬਾਅਦ ਫਿਰ ਗੰਗਾ ਜਮਨਾ ਰੀਜਨ, ਸੈਕਿੰਡ ਰੀਜਨ ਸ਼ੁਰੂ ਹੁੰਦਾ ਹੈ। ਇਹ ਅਗਲਾ ਦੁਆਬ ਹੈ, ਇਹ ਪਰਲਾ ਦੁਆਬ ਸੀ ਪਰਲੇ ਪਾਸੇ। ਸੋ ਇਸ ਰੂਪ ਵਿੱਚ ਰੀਜਨਲ ਸਾਈਡ ਤੋਂ, ਇਸੇ ਕਰਕੇ ਜਿਹੜਾ ਰੀਜਨਲ ਚੀਜ਼ ਹੁੰਦੀ ਹੈ, ਉਸ ਜੋਗ੍ਰਾਫੀਕਲ ਇਲਾਕੇ ਦੇ ਵਿੱਚ ਇੱਕ ਬੋਲੀ, ਇੱਕ ਸੱਭਿਆਚਾਰ, ਇਹ ਚੀਜ਼ ਪੈਦਾ ਹੁੰਦੀ ਅਤੇ ਉਸਨੂੰ ਉੱਥੇ ਪੂਰਵਜਾਂ ਪੁਰਖਿਆਂ ਨੇ ਆਪਣੇ ਤਰੀਕੇ ਨਾਲ ਉਹਨੂੰ ਸੰਭਾਲਿਆ, ਪਾਲਿਆ। ਜਦੋਂ ਅੱਜ ਪੁਲ ਬਣ ਗਏ, ਪੁਲ ਮਤਲਬ ਸਿਰਫ ਬ੍ਰਿਜਸ, ਪਾਣੀ 'ਤੇ ਨਹੀਂ ਬਣੇ, ਸਾਰੀ ਜਗ੍ਹਾ 'ਤੇ ਪੁਲ ਬਣ ਗਏ। ਅੱਜ ਅਸੀਂ ਵਰਲਡ ਵਾਈਡ ਵੈਬ, WWW 'ਚੋਂ ਲੰਘ ਰਹੇ ਹਾਂ। WWW ਕਹਿੰਦੇ ਵਰਲਡ ਵਾਈਡ ਵੈਬ, ਇਹਦਾ ਮਤਲਬ ਇਹ ਬਣਦਾ ਵੀ ਹਰ ਚੀਜ਼ ਜਿਹੜੀ ਵਰਲਡ ਵਾਈਡ ਵੈਬ ਵਿੱਚ ਹੈ। ਇੱਕ ਪੂਰਾ ਜਿਵੇਂ ਜਾਲ ਬੁਣਿਆ ਪਿਆ, ਜਾਲ ਦੇ ਵਿੱਚ ਅਸੀਂ ਬੈਠੇ ਅਤੇ ਜਾਲ ਬ੍ਰਿਜ ਹੀ ਨੇ ਸਾਰੇ, ਬੋਲੀ ਨੇ ਸਾਰੇ, ਵੱਜ ਗਏ। ਅਤੇ ਹੁਣ ਇਹਦੇ ਵਿੱਚ ਡੋਮੀਨੇਸ਼ਨ ਤੇ ਭਾਈ ਜੇ ਸਹੀ ਰੂਪ ਵਿੱਚ ਦੇਖਿਆ ਜਾਏ ਤੇ ਨੋ ਡਾਊਟ ਜਿਹੜੇ ਕਲੋਨੀਅਲ ਪੀਰੀਅਡ ਦੇ ਵਿੱਚ ਬਾਦਸ਼ਾਹ ਰਹੇ, ਉਹਨਾਂ ਨੇ ਆਪਣੀ ਡੋਮੀਨੇਸ਼ਨ ਕਰ ਲਈ। ਲੈਂਗੁਆ ਫਰੈਂਕਾ, ਅੰਗਰੇਜ਼ੀ ਜ਼ਬਾਨ ਜਾਂ ਅੰਗਰੇਜ਼ੀ ਕਲਚਰ ਵੱਡੇ ਹਿੱਸੇ ਤੇ ਵੱਡੇ ਚੀਜ਼ ਨੂੰ ਆਪਣੇ ਇਨਫਲੂਐਂਸ ਵਿੱਚ ਲੈ ਆਇਆ। ਮੈਂ ਇੱਥੇ ਜਿਸ ਆਪਣੀ ਜਿਹੜਾ ਹੈਗਾ ਤਕਰੀਰ 'ਚ ਆਪਣੀ ਵਿਚਾਰ ਪੂਰਾ ਯਤਨ ਕਰਕੇ ਵੀ ਪੰਜਾਬੀ ਵਿੱਚ ਦੇਵਾਂ ਅਤੇ ਦੇ ਸਕਦਾ ਹਾਂ, ਡੈਫੀਨੇਟਲੀ ਕਹਿਣ ਲੱਗਾ ਸੀਗਾ, ਫਿਰ ਅੰਗਰੇਜ਼ੀ ਵਰਡ ਆ ਰਿਹਾ ਸੀਗਾ ਕਿ ਦੇ ਸਕਦਾ ਹਾਂ। ਹਾਂ, ਥੋੜ੍ਹਾ ਔਖਿਆਈ ਆਏਗੀ, ਪਰ ਕਈ ਵਾਰ ਸਮਝਣ 'ਚ ਵੀ ਦਿੱਕਤ ਆਏਗੀ। ਉਹਦਾ ਵੱਡਾ ਕਾਰਨ ਇਹ ਹੈ ਕਿਉਂਕਿ ਇਹ ਜਿਹੜੀ ਭਾਸ਼ਾ ਆ, ਇਸ ਤਰੀਕੇ ਦੇ ਨਾਲ ਇਹ ਮਤਲਬ ਫੈਲਾਅ ਵਿੱਚ ਆ ਕਿ ਇੱਕ ਤਰ੍ਹਾਂ ਦੇ ਨਾਲ ਹਰ ਜ਼ਬਾਨ ਦੇ 'ਚ ਆਪਣੇ ਆਪ ਨੂੰ ਮਰਜ ਕਰ ਗਈ। ਸੋ ਇਹ ਸਰੂਪ ਅਸੀਂ ਦੇਖ ਰਹੇ ਹਾਂ ਉਸ ਰੂਪ ਦੇ ਅੰਦਰ। ਸੋ ਇਸ ਲੈਵਲ 'ਤੇ ਕਿਹਾ ਜਾਏ ਕਿ ਬੰਦੇ ਨੂੰ ਆਪ ਆਪਣੇ ਕਲਚਰ, ਆਪ ਆਪਣੇ ਸੱਭਿਆਚਾਰ, ਉਹਦੇ ਫੈਲਾਅ ਦਾ ਪੂਰੇ ਹਕੂਕ ਨੇ, ਸਭ ਚੀਜ਼ਾਂ ਨੇ, ਪਰ ਉਹਦੇ ਨਾਂ ਹੇਠ ਕੋਈ ਸਿਆਸਤ ਘੋਲ ਕੇ ਅਤੇ ਆਲੇ ਦੁਆਲੇ ਨੂੰ ਛੋਟਾ ਵਿਖਾਉਣਾ, ਨੀਵਾਂ ਵਿਖਾਉਣਾ ਅਤੇ ਉਹਨਾਂ ਦੇ ਸਿਰ ਦੇ ਉੱਤੇ ਧੱਕੇ ਨਾਲ ਲਾਗੂ ਕਰਨੀ, ਇਹ ਜ਼ੁਲਮ ਹੈ, ਇਹ ਠੀਕ ਨਹੀਂ ਹੈ। ਇਹ ਕਿਸੇ ਲੈਵਲ 'ਤੇ ਵੀ ਹੋਏ। ਇੱਥੇ ਗੁਰੂ ਨਾਨਕ ਸਾਹਿਬ ਦੇ ਬਚਨ ਆਉਂਦੇ ਨਾ ਕਿ ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਹਾਰੀ, ਵੀ ਇਹ ਮੁਗਲਾਂ ਦਾ ਜ਼ੁਲਮ ਹੈ ਕਿ ਉਹ ਲੋਕਾਂ ਦੀ ਲੋਕ ਭਾਖਾ ਜਿਹੜੀ ਆ ਉਹਨੂੰ ਦਬਾ ਕੇ ਆਪਣੀ ਅਰਬੀ ਫਾਰਸੀ ਉਹਨਾਂ ਨੂੰ ਪੜ੍ਹਾਉਂਦੇ, ਉਹ ਧੱਕੇ ਨਾਲ ਬੁਲਾਉਂਦੇ। ਸੋ ਇਹ ਚੀਜ਼ਾਂ ਇਸ ਰੂਪ ਵਿੱਚ ਵੀ ਹੁੰਦੀਆਂ। ਸਲੇਵਰੀ ਦਾ ਇਹ ਲੈਵਲ ਵੀ ਹੈ। ਖੈਰ, ਜਿਹੜੀ ਮੈਂ ਬੇਨਤੀ ਕਰ ਰਿਹਾ ਸੀਗਾ, ਉਸ ਟੀਚਰ ਨੇ ਮੈਨੂੰ ਕਿਹਾ ਕੀ ਕੀਤਾ ਜਾਏ। ਮੈਂ ਕਿਹਾ ਸਾਡੇ ਕੋਲ ਅੱਜ ਮੌਕਾ ਆ, ਅਸੀਂ ਮਲਟੀ ਲੈਂਗੁਇਸਟਿਕ ਕਲਚਰ 'ਚ ਰਹਿ ਰਹੇ ਹਾਂ, ਮਲਟੀ ਲੈਂਗੁਏਜ ਅਸੀਂ ਪੜ੍ਹ ਸਕਦੇ ਹਾਂ, ਪੜ੍ਹਾਉਂਦੇ ਹਾਂ, ਪੜ੍ਹਾਓ। ਇਨ ਬਿਨ ਬੱਚੇ ਨੂੰ ਮਲਟੀ ਰਿਲੀਜਨ, ਮਲਟੀ ਸਪਿਰਿਚੁਅਲ ਸਕੂਲ ਜਿਹੜੇ ਨੇ ਉਹ ਵੀ ਪੜ੍ਹਾਓ। ਉਹਨੂੰ ਸਿਰਫ ਜੂਡਿਜ਼ਮ ਨਾ ਪੜ੍ਹਾਓ, ਕ੍ਰਿਸਚੈਨਿਟੀ ਨਾ ਪੜ੍ਹਾਓ, ਉਹਨੂੰ ਇਸਲਾਮ ਵੀ ਪੜ੍ਹਾਓ, ਉਹਨੂੰ ਕੁਝ ਸਨਾਤਨੀ ਧਾਰਾ ਪੜ੍ਹਾਓ, ਬੁੱਧਿਜ਼ਮ ਪੜ੍ਹਾਓ। ਮੈਂ ਕਹਾਂਗਾ ਮੇਰੀ ਸਿੱਖੀ ਵੀ ਪੜ੍ਹਾ ਦਿਓ ਉਹਨੂੰ, ਐਵਰੀਥਿੰਗ। ਸੋ ਉਹਦੇ 'ਤੇ ਚੋਇਸ ਛੱਡ ਦੇ, ਕਿਸ ਕਿਸਮ ਦੀ ਸਪਿਰਿਚੁਅਲ, ਕਿਸ ਕਿਸਮ ਦੇ
ਅਕਾਲ ਪੁਰਖ ਵਾਹਿਗੁਰੂ ਉਸ ਰੱਬੀ ਨਿਜ਼ਾਮ ਜਾਂ ਉਸ ਅਧਿਆਤਮੀ ਤਲ ਦੇ ਆਪਣੀ ਰੂਹ ਦੇ ਨਾਲ ਕਿਸ ਰਾਹ ਤੋਂ ਰਾਹ ਬਣਾਉਣਾ ਚਾਹੋ, ਕਿਸ ਤਰੀਕੇ ਤੋਂ ਉਹ ਉਧਰ ਜਾਣਾ ਚਾਹੁੰਦੀ ਹੈ। ਲੈਟ ਹਰ ਡਿਸਾਈਡ। ਇਸ ਆਟੋਨਮੀ ਦੀ ਗੱਲ ਕੀਤੀ ਜਾਏ। ਸੋ ਇਹ ਬਾਬਾ ਜੀ ਨੇ ਕਿਹਾ ਵਿਵੇਕ ਦਾ ਇਸਤੇਮਾਲ ਕਰ। ਜਿਵੇਂ ਜਿਵੇਂ ਵਿਵੇਕ ਤੇਰਾ ਸਟਰੋਂਗ ਹੋਏਗਾ, ਤੈਨੂੰ ਕਿਸੇ ਦਾ ਗੁਲਾਮ ਬਣਨ ਦੀ ਲੋੜ ਨਾ ਪਏਗੀ, ਤੈਨੂੰ ਕਿਸੇ ਦਾ ਸਲੇਵ ਬਣਨ ਦੀ ਲੋੜ ਨਾ ਪਏਗੀ, ਤੂੰ ਆਜ਼ਾਦ ਹੋ ਜਾਏਗਾ ਸਾਰੇ ਕਾਸੇ ਤੋਂ। ਤੇ ਇੱਥੇ ਜਾ ਕੇ ਫਿਰ ਵਿਵੇਕੀ ਬੰਦਾ, ਜਿਵੇਂ ਮਨੁੱਖ ਆ, ਮਨੁੱਖ ਨੂੰ ਕਿਉਂਕਿ ਕੁਛ ਚੀਜ਼ਾਂ ਸਰਵਾਈਵ ਕਰਨ ਵਾਸਤੇ ਚਾਹੀਦੀਆਂ ਹੁੰਦੀਆਂ ਨੇ, ਤੇ ਸਰਵਾਈਵਲ ਦੀ ਜਗ੍ਹਾ ਤੇ ਇਹਨੂੰ ਸਮਝ ਆਉਂਦੀ ਹੈ। ਆਪ ਸਪੋਜ਼ ਇੱਥੇ ਦੇਖਿਆ ਜਾਏ ਕਿ ਅਸੀਂ ਇੱਕ ਬੜੇ ਵਧੀਆ ਲਾਅ ਇਨਫੋਰਸਮੈਂਟ ਵਾਲੇ ਸਿਸਟਮ ਵਿੱਚ ਬੈਠੇ ਹਾਂ, ਜਿੱਥੇ ਕਿਸੇ ਕਿਸਮ ਦੇ ਨਾਲ ਵੀ ਕੋਈ ਅਸਾਲਟ, ਕੋਈ ਛੇੜਖਾਨੀ, ਕੋਈ ਬਰਦਾਸ਼ਤ ਨਹੀਂ ਛੇਤੀ ਕਰਕੇ ਕੀਤੀ ਜਾਂਦੀ, ਕਿ ਇੱਥੇ ਬੱਚਿਆਂ ਨੂੰ ਜਵਾਨੀ ਨਹੀਂ ਚੜ੍ਹਦੀ, ਕਿ ਇੱਥੇ ਉਸ ਕਿਸਮ ਦੇ ਹਾਲਾਤ ਨਹੀਂ ਬਣਦੇ। ਆਪ ਮੈਂ ਖੁਦ ਯੂਨੀਵਰਸਿਟੀ ਕਾਲਜਿਸ 'ਚ ਪੜ੍ਹਿਆ ਇੰਡੀਆ ਦੇ ਵਿੱਚ, ਮੈਂ ਦੇਖਿਆ ਹਾਲਤ ਕੀ ਹੁੰਦੇ ਸੀਗੇ। ਮਤਲਬ ਜਿਹੜਾ ਫੈਮਿਨਨ ਜੈਂਡਰ ਸੀਗਾ ਉਹਦੇ ਲਈ ਤਾਂ ਉੱਥੇ ਮਤਲਬ ਕੋਈ ਹਾਲ ਥੋੜ੍ਹਾ ਕੀਤਾ ਜਾਂਦਾ ਸੀਗਾ। ਹਰ ਮੌਕੇ 'ਤੇ ਉਸ ਨੂੰ ਜਿਹੜਾ ਹੈਗਾ ਉਹ ਵਲਨਰੇਬਲ ਸੀਗਾ ਉੱਥੇ। ਪਰ ਰੀਜ਼ਨ ਇਹ ਸੀਗਾ ਕਿ ਕਿਉਂਕਿ ਨਾ ਸੁਸਾਇਟੀ ਉਸ ਲੈਵਲ 'ਤੇ ਉਸ ਚੀਜ਼ ਨੂੰ ਮਤਲਬ ਪ੍ਰੋਟੈਕਟ ਕਰ ਪਾ ਰਹੀ ਸੀ ਉਹਨਾਂ ਨੂੰ, ਨਾ ਲਾਅ ਐਨਫੋਰਸਮੈਂਟ ਉਸ ਲੈਵਲ 'ਤੇ ਆ ਰਹੀ ਸੀ। ਇੱਥੇ ਆਈ ਹੈ, ਇੱਥੇ ਹਾਲਾਤ ਬਦਲੇ ਨੇ, ਇੱਥੇ ਚੀਜ਼ਾਂ ਅਸੀਂ ਡਿਫਰੈਂਟ ਵੇ ਨਾਲ ਦੇਖਦੇ ਹੈਗੇ ਆ। ਸੋ ਇਹ ਹੈ ਕਿ ਜਿਹੋ ਜਿਹਾ ਮੌਕਾ ਬਣਦਾ ਉਹਦੇ ਮੁਤਾਬਕ ਬੰਦਾ ਢਲਦਾ, ਬੰਦਾ ਉਸ ਮੁਤਾਬਕ ਹੋ ਜਾਂਦਾ। ਵਿਵੇਕ ਉੱਥੇ ਉਹਨੂੰ ਸਿਖਾਉਂਦਾ ਐਵੇਂ ਕਰਨਾ ਚਾਹੀਦਾ, ਐਵੇਂ ਨਹੀਂ ਕਰਨਾ ਚਾਹੀਦਾ। ਇਨ ਬਿਨ ਜੀਵਨ ਦੀ ਅਪਰੋਚ ਦੇ ਅੰਦਰ ਜਿੱਥੇ ਬੰਦੇ ਨੂੰ ਪਤਾ ਲੱਗੇ ਕਿ ਓਕੇ ਮੇਰੇ ਸਰਵਾਈਵ ਕਰਨ ਵਾਸਤੇ, ਹੁਣ ਅੱਜ ਮੈਂਟਲ ਹੈਲਥ ਦੀ ਬੜੀ ਗੱਲ ਹੁੰਦੀ ਹੈ, ਤੇ ਉਹ ਗੱਲ ਮਾਫੀ ਮੰਗਾ ਸ਼ੋਰ ਸ਼ਰਾਬੇ 'ਚ ਹੁੰਦੀ, ਰੌਲਾ ਪਾ ਕੇ ਹੁੰਦੀ। ਸਹੀ ਰੂਪ ਦੇ ਵਿੱਚ ਬੰਦੇ ਨੂੰ ਮਾਨਸਿਕ ਤੌਰ 'ਤੇ ਜੇ ਆਜ਼ਾਦ ਕਰਨਾ ਆ, ਤੰਗ ਕਿਹੜੀ ਚੀਜ਼ ਕਰ ਰਹੀ ਬੰਦੇ ਨੂੰ? ਨਿਰਾਸ਼ਤਾ ਕਿੱਥੋਂ ਆ ਰਹੀ? ਡੈਫੀਨਿਟਲੀ ਮਲਟੀਪਲ ਰੂਟਸ ਹੋਣਗੇ, ਪਰ ਵੱਡੀ ਨਿਰਾਸ਼ਤਾ ਉੱਥੇ ਹੁੰਦੀ ਜਿੱਥੇ ਬੰਦੇ ਦੀਆਂ ਐਕਸਪੈਕਟੇਸ਼ਨਸ ਮੀਟ ਨਾ ਕਰਦੀਆਂ, ਖਾਸ਼ਾਂ ਪੂਰੀਆਂ ਨਾ ਹੁੰਦੀਆਂ। ਖਾਸ਼ਾਂ ਦੇ ਪਿੱਛੇ ਚਲੇ ਜਾਓਗੇ ਤੇ ਕੀ ਕੰਮ ਕਰੇਗਾ? ਮੋਸਟਲੀ ਤੁਹਾਨੂੰ ਗਰੀਡ ਮਿਲੇਗਾ, ਲਾਲਚ, ਮੋਸਟਲੀ ਤੁਹਾਨੂੰ ਵਧਿਆ ਹੋਇਆ ਹੰਕਾਰ ਮਿਲੇਗਾ। ਫਿਰ ਇੱਥੇ ਜਾ ਕੇ ਤੇ ਬੰਦੇ ਨੂੰ ਸਪਿਰਿਚੁਅਲ ਐਜੂਕੇਸ਼ਨ ਚਾਹੀਦੀ ਹੈ, ਬੰਦੇ ਨੂੰ ਰੂਹਾਨੀ ਤੌਰ ਤੇ ਸਮਝ ਦੀ ਲੋੜ ਆ, ਉਹਨੂੰ ਸੰਤੋਖ ਸਮਝਾਇਆ ਜਾਏ, ਉਹਨੂੰ ਜੀਵਨ ਦੀ ਅਕਲ ਸਿਖਾਈ ਜਾਏ। ਤੇ ਇਹ ਸਾਰੇ ਦਾ ਸੋਰਸ ਕੀ ਹੈ? ਸਤਿਗੁਰੂ। ਇਹੀ ਹੈ ਨਾ ਬਾਣੀ, ਇਹੀ ਆ ਉਪਦੇਸ਼। ਪਰ ਇਹ ਤੇ ਵੱਡੇ ਭਾਗ ਹੋਣ ਤੇ ਬੰਦਾ ਇੱਥੋਂ ਤੱਕ ਪਹੁੰਚੇ, ਬੰਦਾ ਤੇ ਕਿਤੇ ਹੋਰ ਹੀ ਪਹੁੰਚ ਜਾਂਦਾ। ਅੱਜ ਦੇ ਸਮਾਜ 'ਚ ਵੀ ਇਤਨੇ ਤਾਲੀਮ ਯਾਫਤਾ ਸਮਾਜ ਦੇ ਅੰਦਰ ਆਪ ਨੂੰ ਕਿੰਨੇ ਲੋਕ ਮਿਲ ਜਾਣਗੇ ਜਿਹੜੇ ਘਰ ਦੀ ਕਿਸੇ ਵਿਪਤਾ ਨੂੰ ਟਾਲਣ ਜਾਂ ਘਰ ਦੇ 'ਚ ਪਾ ਰਹੇ ਕਲੇਸ਼ ਜਾਂ ਕਿਸੇ ਹੋਰ ਚੀਜ਼ ਨੂੰ ਟਾਲਣ ਵਾਸਤੇ ਕਿਸੇ ਤਵੀਤ ਧਾਗੇ ਵਾਲੇ ਕੋਲ ਤੁਰ ਜਾਣਗੇ। ਵੈਸੇ ਬੰਦਾ ਬੜਾ ਰੈਸ਼ਨਲਿਸਟ ਆ, ਬੜਾ ਤਾਰਕਿਕ ਆ, ਪਰ ਜਦੋਂ ਐਵੇਂ ਦੀ ਗੱਲ ਆਉਂਦੀ ਬਿਲਕੁਲ ਜਿਹੜਾ ਢੋਰਾ ਬਣ ਜਾਂਦਾ। ਇਹੋ ਜਿਹੀਆਂ ਚੀਜ਼ਾਂ ਇਸ ਸਮਾਜ 'ਚ ਵੀ ਹੁੰਦੀਆਂ। ਇਹਦਾ ਮਤਲਬ ਬੰਦੇ ਦੇ ਅਜੇ ਉਸ ਲੈਵਲ 'ਤੇ ਉਹਦੇ ਭਾਗ ਨਹੀਂ ਜਾਗੇ। ਜੇ ਜਾਗ ਜਾਣ ਤੇ ਉਹ ਉਸ ਬਲ ਦੀ ਸ਼ਮਾ ਕੋਲ ਜਾਏ ਜਿਹਦੇ ਕੋਲੋਂ ਰੌਸ਼ਨੀ ਲੈਣੀ ਉਸਨੇ। ਇੱਥੇ ਗੁਰੂ ਰਾਮਦਾਸ ਸਾਹਿਬ ਕਹਿੰਦੇ ਕਿ ਭਾਈ ਜਿਹਨੂੰ ਇਹ ਚੀਜ਼ ਮਾਲਕ ਨੇ ਦਿੱਤੀ, ਵੱਡ ਭਾਗੀ ਗੁਰ ਸਤਿਗੁਰ ਪਾਇਆ, ਗੁਣ ਗਾਏ ਪਰਮਾਨੰਦੇ, ਗੁਣ ਗਾਏ ਪਰਮਾਨੰਦੇ, ਗੁਣਗਾਨ ਕਰਨਾ ਜੀਵਨ ਦਾ। ਅਕਸਰ ਗੱਲ ਹੁੰਦੀ ਹੈ ਜੋ ਕੁਝ ਬੋਲਦੇ ਸੁਣਦੇ ਆ ਉਹ ਜੀਵਨ ਦਾ ਆਧਾਰ ਹੋ ਜਾਂਦਾ ਆ। ਜੇ ਗੁਣ ਗਾਵਾਂਗੇ, ਗੁਣ ਸੁਣਾਂਗੇ ਤੇ ਗੁਣ ਵੀ ਕਰਤਾਰ ਦੇ ਗਾਵਾਂਗੇ ਤੇ ਕਰਤਾਰ ਦੇ ਸੁਣਾਂਗੇ। ਜੀਵਨ ਕਰਤਾਰ ਮਈ, ਕਰਤਾਰ ਜ਼ਈ ਤੇ ਕਰਤਾਰ ਪ੍ਰਸਤ ਹੋ ਜਾਏਗਾ। ਹਰ ਥਾਂ ਤੇ ਹਰ ਸਮੇਂ ਵਾਹਿਗੁਰੂ ਦੀ ਹੋਂਦ ਤੇ ਵਾਹਿਗੁਰੂ ਦਾ ਅਹਿਸਾਸ ਸੁਰਤ 'ਚ ਰਹੇਗਾ। ਸਭ ਰਹਿਮਤ ਕਰਨ ਨਾਲ ਵੀ ਵਾਕਿਆ 'ਚੋਂ ਗੁਰਮਤਿ ਦੀ ਪ੍ਰੇਰਨਾ ਸਾਨੂੰ ਲਗਾਤਾਰ ਮਿਲੇ। ਇਹਨਾਂ ਹੀ ਬਿਨਤੀਆਂ ਨਾਲ ਸਮਾਪਤੀ ਕਰਾਂਗਾ। ਕਿਰਸਾਨੀ ਸੰਘਰਸ਼ ਨਾਲ ਜੂਝ ਰਹੇ ਮਾਈ ਭਾਈ ਦੀ ਸਫਲਤਾ ਤੇ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹੋਏ ਕਹਿ ਦਈਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।